ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਕਰੋਨਾ ਵਾਇਰਸ ਜੋ ਕਿ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਸੁਭਾਵਿਕ ਤੌਰ ਤੇ ਸਾਰੇ ਮੁਲਕਾਂ ਦੇ ਵਸਿੰਦੇ ਮਾਨਸਿਕ ਤੌਰ ਤੇ ਇਸ ਗੱਲ ਦੇ ਲਈ ਬਿਲਕੁਲ ਤਿਆਰ ਨੇ ਕਿ ਇਸ ਬਿਮਾਰੀ ਦਾ ਸਾਹਮਣਾ ਕਿਵੇਂ ਕਰਨਾ ਹੈ। ਬਿਮਾਰੀ ਨਾ ਰੰਗ ਵੇਖਦੀ ਹੈ, ਨਾ ਜਾਤ ਵੇਖਦੀ ਹੈ, ਨਾ ਨਸਲ ਵੇਖਦੀ ਹੈ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦੀ, ਕੋਈ ਮੁਲਕਾਂ ਦਾ ਵਿਤਕਰਾ ਨਹੀਂ ਕਰਦੀ। ਲਗਭਗ ਦੁਨੀਆ ਦਾ ਸ਼ਾਇਦ ਹੀ ਕੋਈ ਮੁਲਕ ਅਜਿਹਾ ਹੋਵੇਗਾ ਜਿਹੜਾ ਕਿ ਇਸ ਮਹਾਮਾਰੀ ਤੋਂ ਬਚਿਆ ਹੈ। ਪਰ ਬੜੇ ਅਫਸੋਸ ਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਅੰਦਰ ਇਹ ਬਿਮਾਰੀ ਵੱਖ-ਵੱਖ ਧਰਮਾਂ, ਜਾਤਾਂ ਤੇ ਭੇਦਭਾਵਾਂ ਦੀ ਬਿਮਾਰੀ ਬਣ ਗਈ ਹੈ। ਹਾਲ ਹੀ ਦੇ ਵਿੱਚ ਜਿਹੜਾ ਮਸਲਾ ਹੋਇਆ ਸ੍ਰੀ ਹਜ਼ੂਰ ਸਾਹਿਬ ਤੋਂ ਜੋ ਸੰਗਤ ਪੰਜਾਬ ਦੇ ਵਿੱਚ ਪਰਤੀ ਹੈ, ਤਾਂ ਬਕਾਇਦਾ ਤੌਰ ਤੇ ਇਸ ਤੇ ਰਾਜਨੀਤੀ ਵੀ ਬੜੀ ਭਖੀ ਹੋਈ ਹੈ ਔਰ ਅਕਾਲੀ ਦਲ ਦੇ ਕੁਝ ਸਿਆਸੀ ਲੀਡਰ ਇਸ ਵਿਸ਼ੇ ਤੇ ਕਾਫੀ ਸ਼ੰਕਾ ਜ਼ਾਹਿਰ ਕਰ ਰਹੇ ਨੇ, ਸ਼ੱਕ ਜਤਾ ਰਹੇ ਨੇ। ਕਨਸਪੀਰੇਸੀ ਅਤੇ ਇਸ ਨੂੰ ਇੱਕ ਸਾਜ਼ਿਸ਼ ਵੀ ਕਰਾਰ ਦਿੱਤਾ ਜਾ ਰਿਹਾ। ਲੋਕਾਂ ਦੀ ਜ਼ੁਬਾਨ ਤੇ ਵੀ ਬਹੁਤ ਸਾਰੀਆਂ ਚਿੰਤਾਵਾਂ ਨੇ, ਸੋਸ਼ਲ ਮੀਡੀਆ ਤੇ ਵੀ ਬੜੀ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਡਿਸਕਸ ਹੋ ਰਹੀਆਂ ਨੇ। ਬੜੀ ਵੱਡੀ ਇੱਕ ਡਿਬੇਟ ਛਿੜੀ ਹੋਈ ਹੈ ਕਿ ਆਖਿਰਕਾਰ ਕਿਹੜੀ ਵੱਡੀ ਵਜ੍ਹਾ ਹੈ ਕਿ ਜਿੰਨੀ ਜਦੋਜਹਿਦ ਇਸ ਸੰਗਤ ਨੂੰ ਵਾਪਸ ਲਿਆਉਣ ਦੇ ਲਈ ਕੀਤੀ ਜਾ ਰਹੀ ਸੀ, ਤੇ ਹੁਣ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਹੋਈ ਸੰਗਤ ਨੇ ਕਰੋਨਾ ਮਹਾਮਾਰੀ ਦੇ ਵਿੱਚ ਆંકੜਿਆਂ 'ਚ ਇਜ਼ਾਫਾ ਕਰ ਦਿੱਤਾ। ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਕਾਲੀ ਦਲ ਦੇ ਲੀਡਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜੋ ਕਿ ਦਿੱਲੀ ਤੋਂ ਇਸ ਵਕਤ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਸਿਰਸਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਹੜੇ ਸ਼ੰਕੇ ਨੇ ਜਿਹੜੇ ਉਹ ਜ਼ਾਹਿਰ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਪੂਰੇ ਮਾਮਲੇ 'ਚ ਕੀ ਕਨਸਪੀਰੇਸੀ ਨਜ਼ਰ ਆ ਰਹੀ ਹੈ। ਸਿਰਸਾ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਜਗਬਾਣੀ ਤੇ। ਜੀ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਜੀ, ਪਹਿਲਾ ਸਵਾਲ ਮੇਰਾ, ਜਿਵੇਂ ਮੈਂ ਓਪਨਿੰਗ ਦੌਰਾਨ ਕਿਹਾ ਹੈ ਕਿ ਸਾਡੇ ਮੁਲਕ ਦੇ ਅੰਦਰ ਇਹ ਬਿਮਾਰੀ ਜਾਤਾਂ ਪਾਤਾਂ ਦੀ ਕਿਉਂ ਬਣ ਗਈ ਆ? ਬੜਾ ਅਫਸੋਸ ਹੈ ਇਸ ਗੱਲ ਦਾ ਕਿ ਇਹ ਬਿਮਾਰੀ ਨੂੰ ਹੁਣ ਜਾਤ ਪਾਤ ਨਾਲ ਜੋੜ ਕੇ ਤੇ ਰਾਜਸੀ ਪਾਰਟੀਆਂ ਇਹ ਸੋਚ ਰਹੀਆਂ ਨੇ ਕਿ ਮੈਂ ਇਸ ਜਾਤ ਦੀ ਗੱਲ ਕਰੂੰਗਾ, ਇਹ ਵੋਟ ਪੈ ਜੂਗੀ, ਇਹਨੂੰ ਬਚਾਊਂਗਾ, ਆ ਪੈ ਜੂ। ਇਹ ਇੱਕ ਬਹੁਤ ਮਾੜੀ ਪਿਰਤ ਪੈ ਗਈ। ਕਰੋਨਾ ਨਾ ਜਾਤ ਦੇਖ ਰਹੀ, ਨਾ ਧਰਮ ਦੇਖ ਰਹੀ ਆ, ਨਾ ਦੇਸ਼ ਦੀ ਸੀਮਾ ਦੇਖ ਰਹੀ ਆ, ਨਾ ਅਮੀਰ ਔਰ ਗਰੀਬ ਨੂੰ ਦੇਖ ਰਹੀ ਆ। ਇਹ ਆਪਾਂ ਨੂੰ ਸਭ ਨੂੰ ਸਮਝਣ ਦੀ ਲੋੜ ਆ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ ਸਾਰੇ ਲੋਕ ਨਤਮਸਤਕ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਈਏ। ਨਾ ਜਾਣੇ ਕੀ ਗੁਨਾਹ ਔਰ ਕੀ ਪਾਪ ਹੋਇਆ ਹੈ ਜਿਸ ਦੇ ਕਰਕੇ ਇਹ ਮਹਾਮਾਰੀ ਦਾ ਸੰਕਟ ਸਾਨੂੰ ਝੇਲਣਾ ਪੈ ਰਿਹਾ। ਇਸੇ ਦੌਰਾਨ ਦੋ ਘਟਨਾਵਾਂ ਜਿਹੜੀਆਂ ਤੁਹਾਡੇ ਸਾਹਮਣੇ ਆਈਆਂ ਔਰ ਮੈਂ ਉਸ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ। ਲੋਕ ਹਜ਼ੂਰ ਸਾਹਿਬ ਫਸੇ ਹੋਏ ਸੀ, ਲੰਬੇ ਸਮੇਂ ਤੋਂ ਫਸੇ ਸੀ। ਆਪਾਂ ਸਾਰੇ ਵੀਡੀਓ ਦੇਖਦੇ ਸੀ, ਸਾਰੇ ਚਰਚਾ ਕਰਦੇ ਸੀ ਉਹਨੂੰ ਕੱਢੀਏ। ਮੈਂ ਉਸ ਦੋਸ਼ ਵਿਦੋਸ਼ ਨਾ ਜਾ ਕੇ ਲੇਟ ਹੋਇਆ ਕਿਵੇਂ ਹੋਇਆ ਮੈਂ ਨਹੀਂ ਜਾਣਦਾ, ਪਰ ਮੈਂ ਇੱਕ ਬੜੀ ਸ਼ਾਰਟ 'ਚ ਗੱਲ ਕਰਦਾ। ਕੱਢ ਕੇ ਪੰਜਾਬ ਲੈ ਆਂਦਾ ਉਹਨਾਂ ਨੂੰ। ਪੰਜਾਬ ਆਉਣ ਤੋਂ ਬਾਅਦ ਸਰਕਾਰ ਨੂੰ ਕਿਸ ਤਰ੍ਹਾਂ ਮਿਸਮੈਨੇਜਮੈਂਟ ਹੋਈ, ਫੇਲੀਅਰ ਹੋ ਗਿਆ ਔਰ ਉਹਨਾਂ 'ਚੋਂ ਬਹੁਤ ਸਾਰੇ ਲੋਕ ਕਰੋਨਾ ਪੋਜ਼ਿਟਿਵ ਨਿਕਲੇ। ਹੁਣ ਅੱਛਾ ਇਹ ਸੀ ਕਿ ਸਰਕਾਰ ਇਹਦੇ ਸਾਰੇ ਤੱਥਿਆਂ ਦੀ ਉਸੇ ਵੇਲੇ ਜਾਣਕਾਰੀ ਲੋਕਾਂ ਨੂੰ ਦਿੰਦੀ ਤੇ ਲੋਕਾਂ ਨੂੰ ਦੱਸਦੀ, ਬਜਾਏ ਇਹਦੇ ਸਭ ਤੋਂ ਪਹਿਲਾਂ ਹੈਲਥ ਮਿਨਿਸਟਰ ਨੇ ਕਿਹਾ ਕਿ ਹਜ਼ੂਰ ਸਾਹਿਬ ਦੇ ਜਿਹੜੇ ਸੰਗਤ ਆਈ ਆ ਉਹਨਾਂ ਨੇ ਸਾਡੇ ਕੀਤੇ ਕਿਰਾਏ ਤੇ ਪਾਣੀ ਫੇਰਤਾ। ਹੁਣ ਤੁਸੀਂ ਦੇਖੋ, ਇੱਕ ਕਰੋਨਾ ਪੀੜਤ ਨੂੰ ਇਹ ਗੱਲ ਕੀਤੀ ਜਾਵੇ ਵੀ ਤੂੰ ਸਾਡੇ ਕੀਤੇ ਕਿਰਾਏ ਤੇ ਪਾਣੀ ਫੇਰ ਦਿੱਤਾ। ਪਹਿਲੀ ਗੱਲ ਤੇ ਤੁਸੀਂ ਦੇਖੋ ਕਿ ਕਿੰਨੀ ਮਾੜੀ ਭਾਸ਼ਾ ਔਰ ਕਿੰਨੇ ਮਾੜੇ ਅਲਫਾਜ਼ ਨੇ। ਉਸ ਪਵਿੱਤਰ ਧਰਤੀ ਤੋਂ ਆਏ ਲੋਕ ਕਰੋਨਾ ਲੈ ਆਏ। ਇੱਕ ਗੱਲ ਇੱਥੇ ਨਹੀਂ ਰੁਕਦੀ, ਇਹ ਗੱਲ ਫਿਰ ਵੱਧਦੀ ਆ, ਚੈਨਲਾਂ ਤੇ ਚੱਲ ਪੈਂਦੀ ਆ। ਸਾਰੇ ਨੈਸ਼ਨਲ ਚੈਨਲ ਇਸ ਗੱਲ ਤੇ ਬੋਲਣ ਲੱਗ ਪੈਂਦੇ। ਜਦੋਂ ਕਾਂਗਰਸ ਦੀ ਸਰਕਾਰ ਨੇ ਕਹਿ ਦਿੱਤਾ, ਮੌਜੂਦਾ ਸਰਕਾਰ ਹੀ ਬੋਲ ਪਈ ਕਿ ਕਰੋਨਾ ਵਾਇਰਸ ਹਜ਼ੂਰ ਸਾਹਿਬ ਤੋਂ ਆਇਆ, ਤੇ ਫਿਰ ਚੈਨਲਾਂ ਦਾ ਬੋਲਣਾ ਤੇ ਸੁਭਾਵਿਕ ਹੀ ਸੀ। ਆਪਾਂ ਉਹਨਾਂ ਨੂੰ ਦੋਸ਼ ਤੇ ਨਹੀਂ ਦੇ ਸਕਦੇ। ਹੁਣ ਗੱਲ ਇੱਥੇ ਵੀ ਨਹੀਂ ਰੁਕਦੀ, ਗੱਲ ਆ ਜਾਂਦੀ ਹੈ ਫਿਰ ਕਾਂਗਰਸ ਹਾਈ ਕਮਾਂਡ ਤੇ। ਦਿਗਵਿਜੇ ਸਿੰਘ ਬਿਆਨ ਦਿੰਦੇ ਨੇ ਕਿ ਜੀ ਕਰੋਨਾ ਵਾਇਰਸ ਜਿਹੜਾ ਹਜ਼ੂਰ ਸਾਹਿਬ ਤੋਂ ਆਇਆ ਹੈ ਔਰ ਜਿਵੇਂ ਤਬਲੀਗੀ ਜਮਾਤ, ਕਿਆ ਹੁਣ ਸਿੱਖ ਵੀ ਤਬਲੀਗੀ ਜਮਾਤ ਦੀ ਕੁਐਸਚਨ ਮਾਰਕ ਲਾਤਾ ਕਿ ਹੁਣ ਇਹ ਵੀ ਉਹੀ ਚੀਜ਼ ਨੇ। ਹੁਣ ਤੁਸੀਂ ਦੇਖੋ ਕਿ ਕਿਸ ਤਰੀਕੇ ਧਰਮਾਂ 'ਚ ਨਾਲ ਲੈ ਆਂਦਾ। ਕੌਮ ਨੂੰ ਬਦਨਾਮ ਕਰਨ ਵਾਸਤੇ ਪਹਿਲਾਂ NRI ਨੂੰ ਬਦਨਾਮ ਕੀਤਾ ਸੀ। ਅਗਰ ਤੁਹਾਨੂੰ ਯਾਦ ਹੋਵੇ, ਇਹਨਾਂ ਨੇ ਉਦੋਂ ਖਬਰਾਂ ਚਲਾਈਆਂ ਸੀ NRI ਦੇ ਪਾਸਪੋਰਟ ਖੋਲਵਾਂਗੇ, ਪਾਸਪੋਰਟ ਜ਼ਬਤ ਕਰ ਦੇਵਾਂਗੇ, ਇਹ ਲੁਕੇ ਪਏ ਨੇ। ਇਹ ਵੀ ਕਿਹਾ ਜਾ ਰਿਹਾ ਸੀ ਉਦੋਂ ਕਿ ਪਾਸਪੋਰਟ ਵਾਲੇ ਦੀ ਬਿਮਾਰੀ ਰਾਸ਼ਨ ਕਾਰਡ ਵਾਲੇ ਨੂੰ ਚਿੰਬੜ ਗਈ ਹੈ। ਇਹ ਤਾਂ ਸਭ ਨੂੰ ਚਿੰਬੜੇਗੀ ਜੀ। ਇਹ ਤਾਂ ਨਹੀਂ ਪੁੱਛੇਗੀ ਰਾਸ਼ਨ ਕਾਰਡ ਹੈ ਕਿ ਪਾਸਪੋਰਟ ਆ ਤੇਰੇ ਕੋਲ। ਪਰ ਹੁਣ ਜਿਹੜਾ ਸਵਾਲ ਸਾਹਮਣੇ ਆਇਆ, ਹੁਣ ਜਿਹੜੀ ਕਨਸਪੀਰੇਸੀ ਸਾਹਮਣੇ ਆਈ, ਬੜੀ ਹੈਰਾਨਗੀ ਹੋਈ ਜਦੋਂ ਅੱਜ ਇਹ ਜਾਣਕਾਰੀਆਂ ਸਾਹਮਣੇ ਆਉਣ ਲੱਗ ਪਈਆਂ ਕਿ ਹਜ਼ੂਰ ਸਾਹਿਬ ਤੋਂ ਨਹੀਂ, ਬਲਕਿ ਹਜ਼ੂਰ ਸਾਹਿਬ ਦੀ ਜਦੋਂ ਸੰਗਤ ਨੇ ਪੰਜਾਬ ਪਹੁੰਚਣਾ ਸੀ, ਇਸ ਦੌਰਾਨ 200 ਤੋਂ ਜ਼ਿਆਦਾ ਮਜ਼ਦੂਰ ਜਿਹੜੇ ਅਲੱਗ-ਅਲੱਗ ਫੈਕਟਰੀਆਂ 'ਚ ਕੰਮ ਕਰਦੇ ਸੀ, ਕਾਟਨ ਮਿਲਸ ਅੰਦਰ, ਉਹ ਲੋਕ ਜਿਹੜੇ ਸੀ ਉਹ ਉੱਥੇ ਪਹੁੰਚ ਗਏ ਔਰ ਉਹ ਵੀ ਇਹਨਾਂ ਬੱਸਾਂ 'ਚ ਸਵਾਰ ਹੋ ਕੇ ਨਾਲ ਚੱਲ ਪਏ। ਹੁਣ ਕਰੋਨਾ ਜਿਹੜਾ ਇਹ ਜਿਹੜੇ ਲੋਕ ਸੀਗੇ ਸ਼ਰਧਾਲੂ, ਇਹ ਸਾਰੇ ਬਾਬਾ ਜੀ ਦੇ ਡੇਰੇ 'ਚ ਜਾਂ ਗੁਰਦੁਆਰਾ ਸਾਹਿਬ ਸੀਗੇ। ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਵਾਲੇ, ਉਹਨਾਂ ਨੇ ਉਹਨੂੰ ਸੰਭਾਲਿਆ ਸੀਗਾ, ਹਰ ਤਰ੍ਹਾਂ ਦੀ ਉਹਨਾਂ ਦੀ ਸੇਵਾ ਪਾਣੀ ਕਰ ਰਹੀ ਸੀ। ਉੱਥੇ 1.25 ਮਹੀਨੇ 'ਚ ਕੋਈ ਗੜਬੜੀ ਨਹੀਂ ਹੋਈ। 3 ਵਾਰ ਟੈਸਟ ਹੋਏ ਔਰ ਚੱਲਣ ਲੱਗਿਆਂ ਵੀ ਟੈਸਟ ਹੋਏ।
ਲੇਕਿਨ ਜਿਹੜੇ ਮਜ਼ਦੂਰ ਨਾਲ ਵੀ ਆਏ ਸੀ ਉਹਨਾਂ ਨੂੰ ਪੰਜਾਬ ਆਉਣ ਦਾ ਹੱਕ ਸੀ, ਲੇਕਿਨ ਪੰਜਾਬ ਸਰਕਾਰ ਨੇ ਬਲੰਡਰ ਕੀਤਾ, ਬਹੁਤ ਵੱਡਾ ਪਾਪ ਕਰਤਾ, ਬਹੁਤ ਵੱਡਾ ਗੁਨਾਹ ਕਰਤਾ, ਬਹੁਤ ਵੱਡੀ ਗਲਤੀ ਕੀਤੀ, ਜਿਹੜਾ ਉਹਨਾਂ ਦੇ ਵਾਸਤੇ ਅਲੱਗ ਤੋਂ ਇੰਤਜ਼ਾਮ ਨਹੀਂ ਕੀਤੇ, ਉਹਨਾਂ ਤੋਂ ਅਲੱਗ ਤੇ ਟੈਸਟ ਦਾ ਇੰਤਜ਼ਾਮ ਨਹੀਂ ਕੀਤਾ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਆ ਰਹੇ ਸੀ, ਫੈਕਟਰੀਆਂ ਚੋਂ ਕੰਮ ਕਰਕੇ ਆ ਰਹੇ ਸੀ, ਉਹਨਾਂ ਦਾ ਇਨਫੈਕਸ਼ਨ ਹੋਣ ਦੇ ਚਾਂਸਿਸ ਕਈ ਹਜ਼ਾਰ ਗੁਣਾ ਜ਼ਿਆਦਾ ਸੀ ਸ਼ਰਧਾਲੂਆਂ ਦੇ ਮੁਕਾਬਲੇ। ਜਦੋਂ ਲੋਕ ਸਾਰੇ ਇੱਥੇ ਪਰਤ ਗਏ, ਫਰੂਟੀਆਂ ਪਿਆ ਕੇ ਘਰਾਂ 'ਚ ਭੇਜਤਾ, मगरों टेस्ट करके गया जी सारे कोरोना ने, और खबर चल पई हजूर साहब से आया कोरोना, हजूर साहब से आया कोरोना। कल तक आंकड़े सी कि पंजाब च इन्ने लोग ग्रस्त ने, इन्ने ग्रस्त ने, हुण पंजाब च डाटा ये चल पिया पंजाब और देश के चैनलों ते, इतने हजूर साहब से आए लोग ग्रस्त हैं, इतना पंजाब से। हुण हजूर साहब का जिहड़ा वखरा डाटा खड़ा होण लग पिया भी वो उत्थों कोरोना लेके आए ने। लेकिन हुण कल की पता लगता है कि असली गल इहदे पिछे आ कि पंजाब सरकार पिछले 5 दिन तो इस गल नूं लुको के बैठी है, नहीं दस रही कि हजूर साहब दे सेवादार, हजूर साहब के श्रद्धालुओं के विच वो पंजाब के माइग्रेंट वर्कर भी आए सी जिन्हां दी पंजाब सरकार ने कोई इंतजाम नहीं किया। कोरोना वो लैके आए, बदनामी इत्थे चली, ना किसी मंत्री ने इसका स्पष्टीकरण दिता, ना किसी डीसी ने दिता, ना कैप्टन अमरिंदर सिंह जी ने दिता, और ना ही किसी अफसर ने अज तक या पार्टी के आदमी रूलिंग पार्टी ने किसी ने गल कही। जदों हुण आंकड़े सामने आए ने, सरकार चुप करके बैठ गई, सरकार के मुंह च फेविकोल चले गई, सरकार कुछ इसका जवाब नहीं देने को तैयार हो रही। कल तक कह रहे सी कोरोना हजूर साहब तो आया है। अज जो पता लग गया कि कोरोना जिहड़ा है वो जिहड़े माइग्रेंट लेबर सी पंजाब दे, उन्हां दा भी हक सी पंजाब आउणा, जदों आए ते कोरोना नाल लेके आए। अज हुण वो गल कहनी बंद कर दित्ती, हुण इहदी चर्चा बंद कर दिओ, हुण जे असीं इंतजाम करदे पए। इंतजाम की कीता? जिहड़े लोकां दा गुरु गोबिंद सिंह पातशाह जी दे चरनां 'च विश्वास होवे, गुरु ग्रंथ साहिब महाराज दे चरनां 'च विश्वास होवे, तुसीं चुक के उहनूं डेरिਆਂ 'ਚ सुट दो। जिहड़े 2-2 हज़ार मील गुरु गोबिंद सिंह पातशाह जी दे दर ते गए होण, वो डेरिਆਂ 'ਚ जाण वाले लोग हो सकदे ने। मतलब सरकार की केवल एक ही सोच रही, श्रोमणी कमेटी का क्रेडिट हो जाऊगा, फलाणे नूं क्रेडिट, इन्हां दी सोच इस तों गा वधी नहीं। ये इंसान पर ने। तुसीं सिरसा जी उदों कित्थे गए सी? तुसीं उदों कित्थे गए सी? दिल्ली सिख गुरुद्वारा प्रबंधक कमेटी कित्थे गई सी? एसजीपीसी कित्थे गई सी? तुसीं उदों सीएम साहब नूं फोन ते घंटी क्यों नहीं मारी भी भाई असीं तैयार हैं, सारी संगत साडे कोल लैके आओ, साडे कोल तां थावां बहुत हैगीआं। बहुत वधिया गल कही है सोढी साहब, तुहाडी जानकारी वास्ते ये सरावां ऑलरेडी सरकार नूं, पंजाब सरकार नूं ऑलरेडी श्रोमणी गुरुद्वारा प्रबंधक कमेटी ने लिखत अंदर दित्तियां ने। ये सरावां तुहाडे कोल ने, जिन्हों एकांतवास रखना तुसीं रखो। फिर बई जदों रिटन च उन्हां नूं सरावां दित्तियां ने, और तुहाडी जानकारी वास्ते सोढी साहब, जिहड़ी दिल्ली कमेटी की भी पंजाब सराह है, वो भी पंजाब सरकार नूं लिखत च मंगण ते मैं हैंडओवर कीती है। उन्हां मेरे तो मंगी आ, गुरु नानक देव हॉस्पिटल ने मंगी, मैं रिटन च उन्हां नूं हैंडओवर कीती। तीजी गल, इसे तरीके श्रद्धालु आए हरियाणे च भी ते दिल्ली च भी। ਜਿਹੜੇ श्रद्धालु दिल्ली च आए, सिद्धा उन्होंने लैके असीं बाला साहब लैके आए अपने गुरु घर अंदर, उत्थे एक एकांत बिल्डिंग के अंदर उन्होंने सब के टेस्ट कराए गए, टेस्ट करा के सारे ठीक पाए गए, उन्होंने घर च पहुंचा दिता। हरियाणे के 400 लोग आए, उन्होंने कुरुक्षेत्र च टेस्ट होए, सारे घरों नूं चले गए क्योंकि श्रद्धालु सीगे। लेकिन पंजाब के बसां के अंदर माइग्रेंट लेबर चढ़ के आए, ते असीं ते पंजाब सरकार नूं ऑलरेडी अपने सरावां दित्तियां होईयां ने, ते उन्होंने सरावां च रख के रखना सीगा। होर असीं किहनूं देण जाना सी? पर जिहड़ी हजूर साहब तो संगत आई सिरसा जी, जिहड़ी संगत हजूर साहब तो दिल्ली पहुंची या हरियाणे पहुंची, कि उन्हां दे विचों भी कुछ लोग पॉजिटिव आए? एक भी पॉजिटिव नहीं आया दिल्ली का, तो मैं सर्टिफिकेट दे सकता है, क्योंकि सारे श्रद्धालुओं नूं मैं एक तुहानूं भी दसदा छोटी साहब, जदों दिल्ली आउण दी गल होई, मैं दिल्ली सरकार नूं स्पष्ट कह दिता, अगे तुसीं मेरे ते एक मुकदमा दर्ज कीता है, गुरु घर च तां लोग आउणगे जेकर तुसीं इत्थे आके आप टेस्ट करना, तुहाडा एसडीएम पहला आवे प्रबंध करे। उन्हों का एसडीएम आया, मेरे नाल संपर्क किया, उन्हें कहा जी असीं सारे प्रबंध कर रहे, मैडिकल के प्रबंध हो गए, तुसीं इन्हां नूं लै आउण दिओ। अंदर आ गए, सब के टेस्ट उन्होंने किए, और मैं उन्होंने इस गल की बधाई दिना इत्थों के एसडीएम नूं, बकायदा साडे सेवादारां नूं बाहर कढिया, उन्होंने कहा कोई इत्थे नहीं आएगा, साडे डॉक्टर आप इन्हां नूं हैंडल करनगे। उन्होंने आप हैंडल किया, एक एक दा टेस्ट किया, सब नूं ठीक पाया गया ते घरां च भेज दिता। हुण तुसीं मैनूं दसो, ये वाले इन्हां ने उत्थे फ्रूटियां पिया के घरां नूं भेजते, और फटाफट टीवियां ते बयान, अखबारां च बयान, ते बई तुसीं लैके आंदे, तुहाडी जिम्मेवारी सी, इह च बयान देण दी लोड़ नहीं सी। पंजाब सरकार की जिम्मेवारी सी, यूपी सरकार 1 लाख बंदा लैके गई, उन्होंने जिम्मेवारी सी, बिहार सरकार कढ के लैके गई, उन्होंने जिम्मेवारी सी। गां बिहार सरकार ने कड्ढण तो मना करता, लोग गल नूं पैण लग के हुण बिहार सरकार कहंदी अच्छा असीं कढदे हां। यूपी सरकार उतों उत्तर प्रदेश सॉरी राजस्थान कोटा चों 4000 स्टूडेंट लैके गई, उन्होंने जिम्मेवारी सी। आ हुण पंजाब सरकार चों हुणे लैके गए ने हिमाचल अंदर 4000 बच्चा गया है, उन्होंने जिम्मेवारी आ, इह च कोई प्रेस नोट भेजण दी लोड़ नहीं सीगी। पर सानू बदनाम करने वास्ते तुसीं यह हथकंडे अपनाए, और अज इहदा कोई स्पष्टीकरण नहीं दे रहा। क्यों सरकार के लोग चुप पर ने? सिरसा जी क्यों नहीं दसदे पए? सिरसा जी तुहानूं, सिरसा जी पर एक सवाल है सिरसा जी,
ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕੋਈ ਸਰਕਾਰ ਦਾ ਮਾਨਸਿਕ ਸੰਤੁਲਨ ਤਾਂ ਨਹੀਂ ਵਿਗੜਿਆ ਹੋਇਆ ਨਾ। ਅੱਜ ਸਿੱਖਾਂ ਦੀ ਬਦਨਾਮੀ ਥੋੜਾ ਹੋ ਰਹੀ ਹੈ, ਅੱਜ ਤਾਂ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਕਿ ਸਰਕਾਰ ਦੀ ਨਲਾਇਕੀ ਦੇ ਕਰਕੇ ਟੈਸਟ ਨਹੀਂ ਹੋਏ, ਜਿਸ ਕਰਕੇ ਪੰਜਾਬ 'ਚ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ ਵੱਧ ਗਿਆ। ਤੁਸੀਂ ਇੱਕ ਗੱਲ ਵੇਖੋ ਕਿ ਕੀ ਕੈਪਟਨ ਅਮਰਿੰਦਰ ਸਿੰਘ ਐਡੀ ਵੱਡੀ ਕੁਤਾਹੀ ਜਾਂ ਡੈਲੀਬਰੇਟਲੀ ਇਹ ਚੀਜ਼ ਕਰਨਗੇ? ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਵਾਹਵਾਹੀ ਮਿਲ ਰਹੀ ਸੀ ਕਿ ਕਰੋਨਾ ਨੂੰ ਬੜਾ ਸ਼ਾਨਦਾਰ ਤਰੀਕੇ ਨਾਲ ਕੰਟਰੋਲ ਕੀਤਾ, ਉਹ ਸਰਕਾਰ ਖੁਦ ਆਪਣੀ ਬਦਨਾਮੀ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਿਉਂ ਕਰੂਗੀ? ਮੈਂ ਨਹੀਂ ਕਹਿੰਦਾ, ਬਿਲਕੁਲ ਮੈਂ ਗੱਲ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਹਾਂ, ਕਿਆ ਦਿਗਵਿਜੇ ਸਿੰਘ ਦਾ ਇਹ ਟਵੀਟ ਜਿਹੜਾ ਇਹ ਕਾਂਗਰਸ ਦਾ ਟਵੀਟ ਨਹੀਂ ਹੈਗਾ? ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਸਿਚੁਏਸ਼ਨ ਰੱਖ ਰਿਹਾ। ਉਹ ਸਿਚੁਏਸ਼ਨ 'ਚ ਮੈਨੂੰ ਦੱਸ ਦਿਓ, ਦਿਗਵਿਜੇ ਸਿੰਘ ਇਹ ਕਵੇ ਕਿ ਸਿੱਖ ਜਿਹੜੇ ਕਰੋਨਾ ਲੈ ਕੇ ਆਏ ਔਰ ਤਬਲੀਗੀ ਜਮਾਤ ਦੇ ਨਾਲ ਸਾਡਾ ਕੰਪੈਰੀਜ਼ਨ ਕਰੇ, ਤੇ ਮੈਂ ਤਾਂ ਨਹੀਂ ਕਹਿ ਰਿਹਾ ਨਾ, ਇਹ ਗੱਲ ਤੇ ਕਾਂਗਰਸ ਨੇ ਕਹੀ ਆ। ਕਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਥੇ ਕੋਈ ਸਪਸ਼ਟੀਕਰਨ ਦਿੱਤਾ? ਕਿਆ ਨਵਜੋਤ ਸਿੱਧੂ ਜੀ ਨੇ ਇੱਥੇ ਕੋਈ ਸਪਸ਼ਟੀਕਰਨ ਦਿੱਤਾ? ਕਿਆ ਰੰਧਾਵਾ ਸਾਹਿਬ ਨੇ ਇੱਥੇ ਕੋਈ ਸਪਸ਼ਟੀਕਰਨ ਦਿੱਤਾ? ਕਿਆ ਹੈਲਥ ਮਿਨਿਸਟਰ ਨੇ ਇੱਥੇ ਕੋਈ ਸਪਸ਼ਟੀਕਰਨ ਦਿੱਤਾ? ਕਿਆ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇਸ ਤੇ ਕੋਈ ਸਪਸ਼ਟੀਕਰਨ ਦਿੱਤਾ? ਜਾਖੜ ਸਾਹਿਬ ਨੇ? ਨਹੀਂ, ਕਿਸੇ ਨੇ ਨਹੀਂ ਦਿੱਤਾ। ਤੇਰਾ ਮਤਲਬ ਕੀ ਆ? ਮੈਂ ਤੇ ਉਹਨਾਂ ਦੇ ਲੀਡਰਾਂ ਦੀ ਗੱਲ ਕਹਿ ਕੇ ਤੁਹਾਨੂੰ ਦੱਸ ਰਿਹਾ ਕਿ ਉਹ ਬਦਨਾਮ ਕਰ ਰਹੇ, ਇੱਕ ਗੱਲ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਜੀ ਦੀ ਗਲਤੀ ਕਿੱਥੇ ਆ? ਗਲਤੀ ਇੱਥੇ ਆ, ਦੇਖੋ ਮੈਂ ਮਾਫ ਕਰਨਾ, ਮੇਰੇ ਮੂੰਹੋਂ ਮੈਂ ਨਿਕਲ ਗਿਆ। ਮੈਂ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਇਸ ਗੁਰੂ ਘਰ ਦਾ। ਮੇਰਾ ਫਰਜ਼ ਬਣਦਾ ਹੈ ਇਸ ਦੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਲੈਣਾ। ਮੈਂ ਸਵੇਰੇ ਆ ਕੇ ਬੈਠ ਜਾਂਦਾ, ਹੁਣ ਵੀ ਮੈਂ ਗੁਰਦੁਆਰਾ ਸਾਹਿਬ 'ਚ ਹੀ ਬੈਠਾ ਹਾਂ, ਕਿਉਂਕਿ ਜੇ ਅਸੀਂ ਗੁਰੂ ਘਰ ਦੇ ਪ੍ਰਬੰਧ ਸੰਭਾਲਣੇ ਨੇ, ਜ਼ਿੰਮੇਵਾਰੀ ਲੈਣੀ ਆ, ਤੇ ਤੁਹਾਨੂੰ ਅੱਗੇ ਹੋਣਾ ਪਊਗਾ। ਕੈਪਟਨ ਸਾਹਿਬ ਨੇ ਇਸ ਦੀ ਜਾਣਕਾਰੀ ਨਹੀਂ ਰੱਖੀ। ਸ਼ਰਧਾਲੂ ਆਉਣੇ ਸੀ 4,000, ਉਹਨਾਂ ਦੀਆਂ ਸਰਾਵਾਂ ਚਿੰਤਨ ਸਰਾਵਾਂ ਕੋ ਹੈਂਡਓਵਰ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਹਿੰਦੇ ਕਿ ਸਾਨੂੰ ਲਿਸਟ ਪ੍ਰੋਵਾਈਡ ਕਰ ਦਿਓ ਜੀ, ਸਾਡੇ ਡੀਸੀ ਤੁਹਾਨੂੰ ਕੰਟੈਕਟ ਕਰ ਰਹੇ ਨੇ, ਇੰਨੇ ਬੰਦੇ ਇੱਥੇ ਰੁਕਣਗੇ, ਇੰਨੇ ਬੰਦੇ ਇੱਥੇ ਰੁਕਣਗੇ, ਇੰਨੇ ਇੱਥੇ ਰੁਕਣਗੇ, ਔਰ ਇੱਥੇ ਸਭ ਦੇ ਅਸੀਂ ਮੈਡੀਕਲ ਟੈਸਟ ਕਰ ਰਹੇ, ਖਾਣੇ ਪੀਣੇ ਦੀ ਜ਼ਿੰਮੇਵਾਰੀ ਤੁਹਾਡੀ, ਕਮਰਿਆਂ ਤੁਹਾਡੀ ਜ਼ਿੰਮੇਵਾਰੀ ਹੈ। ਠੀਕ ਆ ਜੀ। 4,000 ਬੰਦਾ ਆਇਆ, ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਉਹ ਸਾਰੇ ਆਪਣੇ ਘਰਾਂ 'ਚ ਚਲੇ ਗਏ। ਮਾਈਗ੍ਰੈਂਟ ਲੇਬਰਰ ਆਏ, ਦੇਖੋ ਕਿੰਨੀ ਵੱਡੀ ਕੁਤਾਹੀ ਆ। ਇਸ ਤੋਂ ਵੱਡੀ ਕੁਤਾਹੀ ਤੁਸੀਂ ਕੀ ਕਹੋਗੇ? ਕਿ ਮਾਈਗ੍ਰੈਂਟ ਲੇਬਰਰ ਆ ਰਹੇ ਨੇ, ਗਵਰਨਮੈਂਟ ਆਫ ਇੰਡੀਆ ਦਾ ਐਸਓਪੀ ਆ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਕਿ ਤੁਸੀਂ ਕਿਵੇਂ ਕਰਨਾ ਹੈ, ਉਹਦੀ ਧੱਜੀਆਂ ਉਡਾ ਦਿੱਤੀਆਂ। ਗਵਰਨਮੈਂਟ ਦਾ ਇਹ ਵੀ ਪ੍ਰੋਸੀਜਰ ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਉਸ ਬੱਸ ਦੇ ਅੰਦਰ ਵੈਂਟੀਲੇਸ਼ਨ ਹੋਣੀ ਚਾਹੀਦੀ ਆ, ਤੁਹਾਡੀ ਆਡੀਓ ਦੀ ਵੈਂਟੀਲੇਸ਼ਨ ਹੋਣੀ ਚਾਹੀਦੀ ਆ, ਉਹਦੀ ਦਿੱਕਤ ਆ ਰਹੀ ਹੈ, ਤੁਹਾਡੀ ਆਵਾਜ਼ ਬੰਦ ਹੋ ਗਈ, ਸੋਸ਼ਲ ਡਿਸਟੈਂਸਿੰਗ ਹੋਣਾ ਚਾਹੀਦਾ, ਤੁਹਾਡੀ ਆਵਾਜ਼ ਬੰਦ ਹੋ ਗਈ ਹੈ, 25 ਲੋਕ ਆਉਣੇ ਚਾਹੀਦੇ ਆ, ਉਹਦੀਆਂ ਵੀ ਧੱਜੀਆਂ ਉਡਾਤੀਆਂ। ਸਰਕਾਰ ਦੀਆਂ ਬੱਸਾਂ ਸੀ, ਭਾਵੇਂ 2,000 ਬੱਸਾਂ ਭੇਜ ਦਿੰਦੇ। ਮੇਰਾ ਕਹਿਣ ਦਾ ਭਾਵਨਾ ਇਹ ਆ, ਗਲਤੀ ਤੇ ਗਲਤੀ ਕਰਦੇ ਗਏ। ਸਰ ਜੀ, ਤੁਸੀਂ ਆਪਣਾ ਜਵਾਬ ਰਿਪੀਟ ਕਰੋ ਜਿਹੜੀ ਤੁਸੀਂ ਗੱਲ ਕਹੀ ਹੈ, ਕਿਉਂਕਿ ਪਿਛਲੇ 15 ਸੈਕਿੰਡ ਤੋਂ ਤੁਹਾਡੀ ਆਵਾਜ਼ ਮਿਊਟ ਹੋ ਗਈ ਸੀ। ਮੈਂ ਕਹਿ ਰਿਹਾ ਹਾਂ ਕਿ ਸਰਕਾਰ ਗਲਤੀ ਤੇ ਗਲਤੀ ਕਰਦੀ ਗਈ। ਜਿਹੜੀਆਂ ਐਸਓਪੀਸ ਗਵਰਨਮੈਂਟ ਆਫ ਇੰਡੀਆ ਨੇ ਰੱਖੀਆਂ ਸੀ, ਉਸ ਤੋਂ ਵੀ ਦਰਕਿਨਾਰ ਕਰਤਾ ਕਿ ਉਹਦੀਆਂ ਧੱਜੀਆਂ ਉਡਾਈਆਂ ਗਈਆਂ। ਪਹਿਲੀ ਕੰਡੀਸ਼ਨ ਇਹ ਸੀ ਕਿ ਜਿਹੜੀ ਬੱਸ ਆਈ, ਉਹ 'ਚ ਵੈਂਟੀਲੇਸ਼ਨ ਹੋਣੀ ਚਾਹੀਦੀ ਆ, ਤਾਂ ਕਿ 에ਅਰ ਸਰਕੂਲੇਸ਼ਨ ਕੰਟੀਨਿਊਸਲੀ ਅੰਦਰ ਨਾ ਰਵੇ, ਔਰ ਜਿਹੜੇ ਲੋਕ ਅੰਦਰ ਬੈਠੇ ਨੇ ਉਹ ਕਿਸੇ ਇੱਕ ਬਿਮਾਰੀ ਨੂੰ ਲੈ ਕੇ ਸਾਰੇ ਬਿਮਾਰ ਨਾ ਹੋ ਜਾਣ। ਇੱਥੇ ਹੀ ਹੋਇਆ, ਏਸੀ ਦੀ ਸਰਕੂਲੇਸ਼ਨ ਕੰਟੀਨਿਊਸਲੀ ਰਹੀ, ਇੱਕ ਬਿਮਾਰ ਤੋਂ ਸਾਰੇ ਬਿਮਾਰ ਹੋ ਗਏ। ਪਹਿਲੀ ਗੱਲ। ਦੂਜੀ ਗੱਲ ਇਹ ਸੀ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਵਾਸਤੇ ਹਰ ਬੱਸ ਦੇ ਅੰਦਰ 50 ਬੱਸ ਸੀਟਰ ਅੰਦਰ 25 ਲੋਕ ਆਉਣਗੇ, ਉਸ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ। ਤੀਜੀ ਕੰਡੀਸ਼ਨ ਇਹ ਸੀ ਕਿ ਜਦੋਂ ਵੀ ਤੁਸੀਂ ਉੱਥੋਂ ਲੈ ਕੇ ਆਓਗੇ, ਉਹਨਾਂ ਦਾ ਲਿਆ ਕੇ ਟੈਸਟ ਕਰੋਗੇ, ਫਿਰ ਉਹਨਾਂ ਨੂੰ ਲਿਆ ਕੇ ਤੁਸੀਂ ਇਕਾਂਤਵਾਸ ਅੰਦਰ ਰੱਖੋਗੇ, ਕੁਆਰੰਟਾਈਨ ਕਰੋਗੇ, ਔਰ ਫਿਰ 15 ਦਿਨਾਂ ਬਾਅਦ ਉਹਨਾਂ ਨੂੰ ਟੈਸਟ ਕਰਕੇ ਘਰ ਜਾਣ ਦਿਓਗੇ। ਇਸ ਦਾ ਵੀ ਧਿਆਨ ਨਹੀਂ ਕੀਤਾ, ਫਰੂਟੀ ਪਿਆ ਕੇ ਘਰ ਨੂੰ ਤੋਰ ਦਿੱਤਾ। ਸੋ ਸਰਕਾਰ ਨੇ ਬਹੁਤ ਵੱਡੀਆਂ ਕੁਤਾਹੀਆਂ ਕੀਤੀਆਂ ਨੇ, ਜਾਣਬੁੱਝ ਕੇ ਕੀਤੀਆਂ ਨੇ। ਮਿਸਮੈਨੇਜਮੈਂਟ ਹੋਈ ਆ, ਸਰਕਾਰ ਦਾ ਪਕੜ ਨਹੀਂ ਸੀ ਡੀਸੀਸ ਦੇ ਉੱਤੇ, ਇਹ ਮੈਨੂੰ ਨਹੀਂ ਪਤਾ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਇੱਕ ਮੈਸੇਜ ਪੜ੍ਹ ਰਿਹਾ ਸੀਗਾ, ਇੱਕ ਉਹ ਮੈਸੇਜ ਦਾ ਆਖਰੀ ਲਾਈਨ ਤੁਹਾਨੂੰ ਪੜ੍ਹ ਦਿੰਦਾ। ਉਹ ਕਹਿੰਦੇ ਜੀ ਕਿ ਸਰਕਾਰ ਦਾ ਇੰਨਾ ਬੁਰਾ ਹਾਲ ਆ ਕਿ ਸਰਕਾਰ, ਲੋਕ ਕਹਿ ਰਹੇ, ਸੀਐਮ ਕਹਿ ਰਿਹਾ ਜੀ 11 ਵਜੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲਣਗੀਆਂ। ਪੁਲਿਸ ਕੁੱਟਦੀ ਆ ਜੇ ਦੁਕਾਨਾਂ ਖੋਲੋ, ਤੇ ਜੇ ਕਹੋ ਕਿ ਸੀਐਮ ਦਾ ਆਦੇਸ਼ ਆ, ਤੇ ਉਹ ਕਹਿੰਦੇ ਨੇ ਸੀਐਮ ਕੋਈ ਡੀਸੀ ਲੱਗਾ ਹੈ। ਅੱਜ ਹਾਲਾਤ ਪੰਜਾਬ ਦੇ ਹੋ ਗਏ ਨੇ ਕਿ ਪੁਲਿਸ ਕਹਿ ਰਹੀ ਸੀਐਮ ਕੋਈ ਡੀਸੀ ਲੱਗਾ। ਇਹ ਸੱਚਾਈ ਅੱਜ ਤੁਹਾਡੇ ਆ। ਤੇ ਸਰ ਜੀ, ਜਿਹੜੀ ਗੱਲ ਹੁਣ ਤੁਸੀਂ ਕਹੀ ਹੈ ਕਿ ਬਹੁਤ ਸਾਰੇ ਮਜ਼ਦੂਰ ਵੀ, ਲੇਬਰ ਵੀ ਉੱਥੋਂ ਸ਼ਾਮਲ ਹੋ ਕੇ ਤੇ ਸੰਗਤਾਂ ਦੇ ਨਾਲ ਆਈ ਹੈ, ਇਹ ਤੁਸੀਂ ਹਵਾ 'ਚ ਗੱਲਾਂ ਕਰ ਰਹੇ ਹੋ ਜਾਂ ਤੁਹਾਡੇ ਕੋਲ ਕੋਈ ਠੋਸ ਸਬੂਤ ਵੀ ਹੈਗਾ ਇਸ ਗੱਲ ਦਾ? 200 ਤੋਂ ਜ਼ਿਆਦਾ ਲੋਕ ਨੇ, ਔਰ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਕਿ ਉਹਦੇ ਚੋਂ ਜਿਹੜੇ ਇਨਫੈਕਸ਼ਨ ਹੋਇਆ ਜਿਨ੍ਹਾਂ ਲੋਕਾਂ ਨੂੰ, ਉਹਨਾਂ ਲੋਕਾਂ ਦੇ ਨਾਮ ਵੀ ਬਕਾਇਦਾ ਮੇਰੇ ਕੋਲ ਹੈਗੇ ਨੇ। ਔਰ ਜੇਕਰ ਸਰਕਾਰ ਇਸ ਤੋਂ ਕਿਤੇ ਗੁਨਾਹ, ਇਸ ਗੱਲ ਤੋਂ ਕਤਾਈ ਕਰੇਗੀ, ਤੇ ਮੈਂ ਜ਼ਿੰਮੇਵਾਰ ਹਾਂ। ਮੈਂ ਤੁਹਾਡੇ ਨਾਲ ਬੈਠ ਕੇ ਇੱਥੇ ਬੋਲ ਰਿਹਾ, ਮੈਂ ਜ਼ਿੰਮੇਵਾਰ ਹੋਊਂਗਾ ਇਸ ਗੱਲ ਦਾ। ਜਿਹੜੀ ਫੈਕਟਰੀ ਤੋਂ ਆਏ ਮੈਨੂੰ ਉਹ ਵੀ ਜਾਣਕਾਰੀ ਆ, ਕਿਸ ਕਾਟਨ ਫੈਕਟਰੀ ਚੱਲੇ ਮੈਨੂੰ ਇਹ ਵੀ ਜਾਣਕਾਰੀ ਆ, ਕਿਸ ਪਿੰਡ 'ਚ ਗਏ ਮੈਨੂੰ ਇਹ ਵੀ ਜਾਣਕਾਰੀ ਆ, ਨਵਾਂ ਸ਼ਹਿਰ 'ਚ ਕਿੰਨੇ ਗਏ ਮੈਨੂੰ ਇਹ ਵੀ ਜਾਣਕਾਰੀ ਆ। ਮੈਨੂੰ ਹਰ ਉਸ ਚੀਜ਼ ਦੀ ਜਾਣਕਾਰੀ ਆ ਕਿ ਕਿੰਨੇ ਲੋਕ ਮਾਈਗ੍ਰੇਂਟ ਵਰਕਰਸ ਉੱਥੋਂ ਚੱਲੇ, ਕਿੰਨੇ ਪਹੁੰਚੇ ਤੇ ਕਿੰਨੇ ਬਿਮਾਰ ਨੇ। ਇਸ ਦੀ ਸਾਰਾ ਡੇਟਾ ਮੇਰੇ ਕੋਲ ਆ। ਸਰਕਾਰ ਦਾ ਅਗਰ ਕੋਈ ਨੁਮਾਇੰਦਾ ਇਸ ਤੋਂ ਪਿੱਛੇ ਹਟਦਾ ਹੋਵੇ ਤੇ ਮੈਂ ਜ਼ਿੰਮੇਵਾਰ ਹਾਂ, ਮੈਂ ਆ ਕੇ ਇਸ ਦੇ ਤੱਥ ਸਾਹਮਣੇ ਰੱਖੂੰਗਾ। ਪਰ ਜਦੋਂ ਬੀਬੀ ਬਾਦਲ ਹੋਰਾਂ ਨੇ ਮਨਜ਼ੂਰੀ ਲਈ ਸੀ ਗ੍ਰਹਿ ਮੰਤਰਾਲੇ ਤੋਂ, ਤਾਂ ਉਹਨਾਂ ਨੇ ਇਕੱਲੇ ਸ਼ਰਧਾਲੂਆਂ ਦੀ ਮਨਜ਼ੂਰੀ ਲਈ ਸੀ। ਫਿਰ ਸਰ ਜੀ, ਸਿਆਸਤ ਤੋਂ ਪਾਸੇ ਹਟ ਕੇ ਥੋੜੀ ਗੱਲ ਕਰੀਏ, ਤੁਸੀਂ ਮਹਿਸੂਸ ਨਹੀਂ ਕਰਦੇ ਕਿ ਲੋਕਲ ਪ੍ਰਸ਼ਾਸਨ ਦੀ ਵੀ ਗਲਤੀ ਰਹੀ ਹੈ? ਫਿਰ ਉੱਥੇ
ਸ਼ਰਧਾਲੂਆਂ ਤੋਂ ਇਲਾਵਾ ਜਿਹੜੇ ਬਾਕੀ ਲੋਕ ਸੀਗੇ, ਜਿਹੜੇ ਕੰਮਾਂ ਕਾਰਾਂ ਲਈ ਉੱਥੇ ਗਏ ਸੀ, ਉਹਨਾਂ ਨੂੰ ਇਕੱਤਰ ਹੀ ਕਿਉਂ ਹੋਣ ਦਿੱਤਾ ਗਿਆ? ਔਰ ਜਦੋਂ ਵਾਪਸ ਲੈ ਕੇ ਆ ਰਹੇ ਸੀ ਤਾਂ ਲੋਕਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਸੀ। ਭਾਜੀ, ਇਹ ਤਾਂ ਸਾਰਾ ਪ੍ਰਸ਼ਾਸਨ ਨੇ ਹੀ ਕੰਮ ਕਰਨਾ ਹੈ ਨਾ, ਇਹ ਤੇ ਲੋਕਲ ਗਵਰਨਮੈਂਟ ਦੀ ਕੋਆਰਡੀਨੇਸ਼ਨ ਹੋ ਸਕਦੀ ਆ ਨਾ। ਦੇਖੋ, ਜਿਹੜੀਆਂ ਕਮੇਟੀਆਂ ਨੇ, ਸੰਸਥਾਵਾਂ ਨੇ ਨਾ, ਇਹ ਕੋਈ ਸਰਕਾਰਾਂ ਨਹੀਂ ਹੈਗੀਆਂ। ਇਹਨਾਂ ਦਾ ਕੰਮ ਕੀ ਆ? ਸ਼ਰਧਾ, ਸਤਿਕਾਰ, ਭਾਵਨਾ, ਇਹ ਸਿੱਖਾਂ ਦਾ ਬੋਲਿਆ। ਕੋਈ ਸਾਡੇ ਕੋਲ ਮੈਨੇਜਮੈਂਟ ਦਾ ਨਹੀਂ ਇਹ ਕੰਮ ਹੈਗਾ। ਹੁਣ ਜਦੋਂ ਸਰਕਾਰ ਨੇ ਉੱਥੋਂ ਆਉਣਾ ਹੈ, ਦੋ ਸਰਕਾਰਾਂ ਦੇ ਵਿੱਚ ਗੱਲ ਹੋ ਰਹੀ ਆ, ਵਿੱਚ ਕੇਂਦਰ ਦੀ ਸਰਕਾਰ ਆ, ਕੇਂਦਰ ਦੀ ਸਰਕਾਰ ਨੇ ਉੱਥੋਂ ਦੀ ਸਰਕਾਰ ਨਾਲ ਗੱਲ ਕੀਤੀ, ਇਹਨਾਂ ਦੇ ਲੋਕਾਂ ਨੂੰ ਤੁਸੀਂ ਆਉਣ ਦਿਓ। ਇਹ ਸਾਰੀ ਮੈਨੇਜਮੈਂਟ ਹੋ ਗਈ। ਹੁਣ ਦੋ ਸਰਕਾਰਾਂ, ਚੀਫ ਸੈਕਟਰੀ ਆਪਸ 'ਚ ਗੱਲ ਕਰਦੇ ਪਏ ਨੇ, ਡੀਸੀ ਆਪਸ 'ਚ ਗੱਲ ਕਰ, ਇਹ ਤੇ ਡੀਸੀ ਔਰ ਉਹਨਾਂ ਦੀ ਕੋਆਰਡੀਨੇਸ਼ਨ ਹੋਈ ਸੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਇੰਨੇ ਸ਼ਰਧਾਲੂ ਨੇ, ਇਹਦੇ ਇਲਾਵਾ ਇੰਨੇ ਬੰਦੇ ਹੋਰ ਨੇ, ਜਿਹੜੇ ਹੋਰ ਨੇ ਉਹਨੂੰ ਬਾਹਰ ਕੱਢੋ, ਇਹ ਨਾਲ ਨਹੀਂ ਚੱਲ ਸਕਦੇ। ਸ਼ਰਧਾਲੂ ਕਿਉਂਕਿ ਸੇਫ ਰਹੇ ਨੇ, ਇਹ ਬਾਹਰੋਂ ਆਏ ਨਹੀਂ, ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ 'ਚ ਹੋਣਗੇ, ਇਸ ਕਰਕੇ ਇਹਨਾਂ ਨੂੰ ਵੀ ਲੈ ਕੇ ਜਾਣਾ, ਇਹਨਾਂ ਦੇ ਵੱਖਰੇ ਮੈਡੀਕਲ ਵੀ ਕਰੋ, ਇਹਨਾਂ ਨੂੰ ਵੱਖਰੀਆਂ ਬੱਸਾਂ ਪ੍ਰੋਵਾਈਡ ਕਰੋ। ਇਹ ਤਾਂ ਸਾਰਾ ਸਰਕਾਰ ਦੀ ਮੈਨੇਜਮੈਂਟ ਹੋ ਸਕਦੀ ਹੈ ਨਾ। ਇਹ ਨਾ ਤੇ ਮੈਂ ਕੁਝ ਕਰ ਸਕਦਾ ਤੇ ਨਾ ਸੋਢੀ ਸਾਹਿਬ ਕੁਝ ਕਰ ਸਕਦੇ ਨੇ। ਸਰਕਾਰ ਇਹ ਕਾਊਂਟਰ ਕਰਦੀ ਹੈ ਸਿਰਸਾ ਜੀ, ਕਹਿੰਦੇ ਕਿ ਮਹਾਰਾਸ਼ਟਰ ਦੇ ਪ੍ਰਸ਼ਾਸਨ ਤੇ ਸਰਕਾਰ ਨੇ ਸਾਨੂੰ ਗੁੰਮਰਾਹ ਕੀਤਾ, ਸਾਨੂੰ ਝੂਠ 'ਚ ਰੱਖਿਆ। ਪਹਿਲਾਂ ਕਹਿੰਦੇ ਸੀ ਟੈਸਟ 3 ਵਾਰ ਹੋ ਚੁੱਕੇ ਆ, ਪਰ ਬਾਅਦ 'ਚ ਪਤਾ ਲੱਗਿਆ ਕਿ ਉਹ ਤਾਂ ਮੁੱਢਲੀ ਜਾਂਚ ਹੋਈ ਸੀ, ਬਲਕਿ ਕੋਵਿਡ-19 ਦਾ ਟੈਸਟ ਨਹੀਂ ਹੋਇਆ। ਬਿਲਕੁਲ ਠੀਕ ਆ ਸੋਢੀ ਸਾਹਿਬ, ਪਰ ਇਹਦੀ ਜ਼ਿੰਮੇਵਾਰੀ ਕਿਹਦੀ ਆ? ਜਿਹੜਾ ਲੋਕਲ ਡੀਸੀ ਸੀਗਾ, ਜਾਂ ਉਸ ਤੋਂ ਰਿਪੋਰਟ ਮੰਗੀ ਇਹਨਾਂ ਨੇ? ਹੁਣ ਤੁਹਾਨੂੰ ਮੈਂ ਦੱਸਦਾ, ਜਦੋਂ ਅਸੀਂ ਇੱਥੇ ਲਏ ਨੇ, ਮੈਂ ਰਿਪੋਰਟ ਦੀ ਕਾਪੀ ਪਹਿਲਾਂ ਲਈ। ਅਗਲੀ ਗੱਲ ਸੁਣੋ, ਜਿਹੜੇ ਮਜਨੂ ਕੇ ਟੀਲੇ ਨੇ ਬੰਦੇ ਸੀਗੇ, ਮੈਂ ਬਕਾਇਦਾ ਸਰਕਾਰ ਨੂੰ ਲਿਖਤ 'ਚ ਲਿਖ ਕੇ ਦਿੱਤਾ ਕਿ ਤੁਹਾਡੇ ਇੰਨੇ ਲੋਕ ਇੱਥੇ ਬੈਠੇ, ਬਕਾਇਦਾ ਨਾਮ ਸਭ ਦੇ ਲਿਖ ਕੇ ਦਿੱਤਾ। ਔਰ ਜਦੋਂ ਹੁਣ ਹਸਪੀਟਲ ਉਹ ਗਏ ਨੇ, ਮੈਂ ਤੁਹਾਨੂੰ ਸੋਢੀ ਸਾਹਿਬ ਬੜੀ ਇੰਟਰਸਟਿੰਗ ਗੱਲ ਦੱਸਣ ਲੱਗਾ। ਜਦੋਂ ਹਸਪੀਟਲ ਕਹਿਤਾ, ਜਦੋਂ ਉਹਨਾਂ ਨੂੰ ਸਕੂਲ 'ਚ ਟ੍ਰਾਂਸਫਰ ਕਰਤਾ, ਮੈਨੂੰ ਸਰਕਾਰ ਨੇ ਕਿਹਾ ਕਿ ਖਾਣਾ ਤੁਸੀਂ ਦਿਓ। ਮੈਂ ਕਿਹਾ ਪਹਿਲਾਂ ਤੁਸੀਂ ਇਹਨਾਂ ਦੀ ਐਕਟੀਵਿਟੀ ਦੀ ਰਿਪੋਰਟ ਮੈਨੂੰ ਦਿਓ। ਮੇਰਾ ਬੱਚਾ ਕੋਈ ਇਹਨਾਂ ਨੇ ਇੰਟਰੈਕਟ ਨਹੀਂ ਕਰੇਗਾ, ਪਹਿਲਾਂ ਮੈਨੂੰ ਰਿਪੋਰਟ ਦਿਓ। ਮੈਨੂੰ SHO ਨੇ ਬਕਾਇਦਾ ਸਭ ਦੀ ਰਿਪੋਰਟ ਭੇਜੀ ਮੇਰੇ ਫੋਨ 'ਚ ਆ। ਉਸ ਤੋਂ ਬਾਅਦ ਮੈਂ ਆਪਣੇ ਸਟਾਫ ਨੂੰ ਕਿਹਾ ਕਿ ਠੀਕ ਆ, ਹੁਣ ਤੁਸੀਂ ਲੰਗਰ ਉਹਨਾਂ ਨੂੰ ਪ੍ਰੋਵਾਈਡ ਕਰੋ। ਇਹ ਤੇ ਡੀਸੀ ਦਾ ਕੰਮ ਸੀਗਾ ਨਾ। ਡੀਸੀ ਕਹਿੰਦਾ ਮੈਨੂੰ ਆਪਣੀ ਹੈਲਥ ਰਿਪੋਰਟ ਭੇਜੋ। ਤੇ ਇਹੀ ਤਾਂ ਅਸੀਂ ਕਹਿ ਰਹੇ ਕਿ ਸਰਕਾਰ ਦਾ ਫੇਲਿਅਰ ਹੋ ਗਿਆ ਬਹੁਤ ਵੱਡਾ। ਇਹ ਤੇ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਇਸ ਕੰਮ ਅੰਦਰ। ਸਿਰਸਾ ਜੀ, ਬੇਸ਼ੱਕ ਸਾਰੀਆਂ ਸਿਆਸੀ ਧਿਰਾਂ ਕਹਿ ਰਹੀਆਂ ਨੇ ਕਿ ਇਸ ਮੌਕੇ ਤੇ ਰਾਜਨੀਤੀ ਜਾਂ ਸਿਆਸਤ ਨਹੀਂ ਕਰਨੀ ਚਾਹੀਦੀ, ਪਰ ਜੇਕਰ ਇਹ ਗੱਲਾਂ ਸੱਚਮੁੱਚ ਸੱਚੀਆਂ ਨੇ ਜਾਂ ਕਹਿ ਲਓ ਨੈਗਲੀਜੈਂਸੀ ਜਨਤਕ ਤੌਰ ਤੇ ਸਾਹਮਣੇ ਆ ਰਹੀ ਹੈ, ਤਾਂ ਤੁਹਾਡੇ ਮੁਤਾਬਕ ਇਹਦੀ ਪਨਿਸ਼ਮੈਂਟ ਕੀ ਹੋਣੀ ਚਾਹੀਦੀ ਹੈ? ਕਿਉਂਕਿ ਪਨਿਸ਼ਮੈਂਟ ਵੀ ਤਾਂ ਹਕੂਮਤ ਨਹੀਂ ਦੇਣੀ ਹੁੰਦੀ ਹੈ ਨਾ। ਇਹ ਸਿਆਸਤ ਨਹੀਂ ਹੈਗੀ। ਜੇਕਰ ਅਸੀਂ ਜਿਹੜੇ ਆਪਣੀਆਂ ਜਥੇਬੰਦੀਆਂ 'ਚ ਅਸੀਂ ਆਪਣੇ ਇਸ਼ੂ ਨਹੀਂ ਰੇਸ ਕਰਾਂਗੇ ਤੇ ਸਰਕਾਰ ਕੀ ਕਰੂਗੀ? ਅੱਜ ਉਹ ਲੋਕ ਵੀਡੀਓ ਪਾਉਂਦੇ ਪਏ ਨੇ ਅੰਦਰੋਂ, ਉਹਨਾਂ ਦੀ ਗੱਲ ਅਸੀਂ ਨਹੀਂ ਸੁਣਾਂਗੇ, ਕੌਣ ਸੁਣੂਗਾ? ਸਰਕਾਰ ਦੇ ਕੰਨ ਬੋਲੇ ਨੇ, ਇਸ ਕਰਕੇ ਅਸੀਂ ਬੋਲ ਰਹੇ ਹਾਂ। ਨਹੀਂ, ਮੈਂ ਇਹੀ ਸਵਾਲ ਤੁਹਾਨੂੰ ਕਰ ਰਿਹਾ ਕਿ ਇਸ ਨੈਗਲੀਜੈਂਸੀ ਦੀ ਹੁਣ ਸਜ਼ਾ ਕੀ ਹੋਣੀ ਚਾਹੀਦੀ ਹੈ? ਮੈਂ ਕਹਿੰਦਾ ਸਜ਼ਾ ਬਾਅਦ ਦੀ ਗੱਲ ਆ। ਪਹਿਲਾਂ ਮਿਲ ਜੁਲ ਕੇ ਅੱਜ ਹੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਸ਼ਿਫਟ ਕੀਤਾ ਜਾਵੇ। ਸਰਕਾਰ ਸਪਸ਼ਟੀਕਰਨ ਦੇਵੇ, ਬਈ ਦੇਖੋ ਇਹਨਾਂ ਦੇ ਕਰਕੇ ਗਲਤ ਕੰਮ ਨਹੀਂ ਹੋਇਆ, ਗਲਤੀ ਸਾਡੀ ਆ, ਇਹ ਮਾਈਗ੍ਰੈਂਟ ਲੇਬਰ ਵਿੱਚ ਆਏ ਸੀ, ਉਹਨਾਂ ਕਰਕੇ ਗਲਤ ਹੋ ਗਿਆ। ਕੋਈ ਸਜ਼ਾਵਾਂ ਦੀ ਗੱਲ ਨਹੀਂ ਹੈਗੀ, ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਆ। ਜੀ ਸਿਰਸਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜਗਬਾਣੀ ਦੇ ਨਾਲ ਗੱਲਬਾਤ ਕਰਨ ਦੇ ਲਈ। ਜੀ ਸਤਿ ਸ਼੍ਰੀ ਅਕਾਲ ਜੀ। ਤਾਂ ਇਹ ਸਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਨੇ ਕਿ ਤਫਸੀਲ ਦੇ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਦੇ ਬਾਰੇ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉੱਥੋਂ ਲੇਬਰ ਆਈ ਹੈ, ਉਹਨਾਂ ਨੂੰ ਸ਼ਰਧਾਲੂ ਬਣਾ ਕੇ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਪੋਜ਼ਿਟਿਵ ਆਏ ਨੇ, ਜਦਕਿ ਉਹ ਮਹਾਰਾਸ਼ਟਰ ਦੇ ਵਿੱਚ ਵੱਖ-ਵੱਖ ਕੰਮਕਾਰਾਂ ਦੇ ਲਈ ਗਈ ਹੋਈ ਉੱਥੋਂ ਦੀ ਲੇਬਰ ਸੀ, ਜਿਹੜੀ ਕਿ ਵਾਪਸ ਪੰਜਾਬ ਪਰਤੀ ਹੈ। ਔਰ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ। ਔਰ ਇਸ ਤੋਂ ਇਲਾਵਾ ਜਿਹੜੇ ਸ਼ਰਧਾਲੂਆਂ ਨੂੰ ਹੁਣ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਰੱਖਿਆ ਗਿਆ ਹੈ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਤੁਰੰਤ ਸ਼ਿਫਟ ਕਰਨਾ ਚਾਹੀਦਾ, ਕਿਉਂਕਿ ਲੋਕਾਂ ਨੂੰ ਉੱਥੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਵੀਆਂ ਔਰ ਤਾਜ਼ਾ ਖਬਰਾਂ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਜਗਬਾਣੀ TV ਦੇ ਨਾਲ। ਧੰਨਵਾਦ।